नीट पेपर लीक मामला। रोल नंबर उसके दो ने, एक थां ते 715, एक थां ते 160 नंबर। आखिर ये कितनी वड्डी गड़बड़ी है। फिर उस तो बाद होया मार्कशीट भी चेंज हुई मेरी। ਉਹਦੇ ਵਿੱਚ ਜਿੱਥੇ ਮੇਰਾ ਰੋਲ ਨੰਬਰ 38 ਦੀ ਜਗ੍ਹਾ ਤੇ 39 ਆ ਗਿਆ, ਉੱਥੇ 3 ਦੀ ਜਗ੍ਹਾ ਤੇ 1 ਰਿਪਲੇਸ ਕਰਤਾ। दावा किया गया है कि एनटीए के अधिकारियों के कोल पेश होने समय वखरा रिकॉर्ड मुहैया करवाया गया। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਵੀ ਉਹਨਾਂ ਨੇ ਮੈਨੂੰ OM ਮਾਰਕਸ਼ੀਟ ਦਿੱਤੀ। ਮੈਂ ਕਿਹਾ ਵੀ ਇਹ ਮੇਰੀ ਨਹੀਂ ਹੈਗੀ, ਵੀ ਉਹ ਕਹਿ ਰਹੇ ਕਿ ਤੁਹਾਡੇ ਫੇਕ ਨੇ, ਤੇ ਤੁਹਾਡੇ ਰੀਅਲ ਨਹੀਂ ਹੈਗੇ, ਵੀ ਤੁਸੀਂ ਫੇਕ ਬਣਾ ਕੇ ਲੈ ਕੇ ਆ ਰਹੇ ਹੋ AI ਨਾਲ। ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਮੇਰੇ ਕੋਲ ਵੀਡੀਓ ਪ੍ਰੂਫ ਨੇ, ਕਹਿੰਦੇ ਉਹ ਵੀ ਫੇਕ ਨੇ। ਫਿਰ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਓ, ਵੀ ਸਾਡੇ ਕੋਲ ਇਹੀ ਪ੍ਰੂਫ ਨੇ ਤੇ ਅਸੀਂ ਆਹੀ ਦਵਾਂਗੇ। नीट पेपर लीक मामला काफी सुर्खियां च बनया। हाल ही दे विच जंतर मंतर ते काकरो जनता पार्टी दे प्रदर्शन दी जिੱਤ ਹੁੰਦੀ है ਤਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇ ਦਿੰਦੇ ਨੇ। ਨੀਟ ਪ੍ਰੀਖਿਆ ਨੂੰ ਲੈ ਕੇ ਫਾਸਟ ਟ੍ਰੈਕ ਕੋਰਟਸ ਦਾ ਜਿਹੜਾ ਪ੍ਰਬੰਧ ਆ ਉਹ ਕੇਂਦਰ ਸਰਕਾਰ ਕਰਦੀ ਹੈ। ਇਹਨਾਂ ਮਾਮਲਿਆਂ 'ਚ ਜਲਦ ਕਾਰਵਾਈ ਹੋਵੇ, ਇਹ ਕੀਤਾ ਗਿਆ। ਨੈਤਿਕਤਾ ਦੇ ਆਧਾਰ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਤੱਕ ਦੇ ਦਿੰਦੇ ਨੇ। ਤਾਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਤੱਕ ਜੋ ਇਹ ਕਾਰਵਾਈ की गई। इस विचाले हुण एक नवा मोड़ इस मामले दे विच सामने आ गया है, जिसने शायद एक बार फिर तो इस मामले नूं गरमा दिता। दरअसल नीट पेपर लीक मामले दे विच धांधली दा एक वड्डा खुलासा होया, जिथे एक विद्यार्थी दे 2 रोल नंबर पाए गए ने। ऑनरेबल पंजाब एंड हरियाणा हाई कोर्ट ने 2 रोल नंबर जिस ते इसी बच्चे दे नाम, थंब इंप्रैशन, सिग्नेचर ने, वो दोवें OMR शीट्स नूं कोर्ट ने अपने पंजाब एंड हरियाणा हाई कोर्ट ने मंगवाया है। इन ओरिजिनल मंगवाया ते मैटर नूं लिस्ट करिया 10 अगस्त 2026। जी हाँ, ये मामला सुन के तुसी भी हैरान रह जाना है। तो नीट ਪ੍ਰੀਖਿਆ ਦੇ ਵਿੱਚ ਵੱਡੀ ਗੜਬੜੀ ਦਾ ਦਾਅਵਾ ਹੈ। ਇੱਕ ਵਿਦਿਆਰਥਣ ਦੇ 2 ਰੋਲ ਨੰਬਰ ਨੇ, 715 ਤੋਂ 160 ਅੰਕਾਂ ਦਾ ਇਹ ਮਾਮਲਾ ਜਿਹੜਾ ਹੈ ਇਹ ਹਾਈ ਕੋਰਟ ਪਹੁੰਚਿਆ। ਦਾ ਰਿਜ਼ਲਟ 715 ਮਾਰਕਸ ਜੋ ਕਿ ਉਦੋਂ ਉੱਥੇ ਪਾਇਆ ਗਿਆ। ਆਲ ਇੰਡੀਆ ਰੈਂਕ ਕੈਟਾਗਰੀ ਜਨਰਲ 1 ਪਾਇਆ ਗਿਆ। ਇਸ ਤੋਂ ਬਾਅਦ ਸਰ ਕੁਝ ਟਾਈਮ ਬਾਅਦ ਵੀ ਵੁੱਡ ਬੀ ਅਸਟੋਨਿਸ਼ਡ ਟੂ ਨੋ ਦਿਸ ਕਿ ਜੋ ਰਿਜ਼ਲਟ ਸੀ ਇਟ ਡਿਸਅਪੀਅਰਡ ਔਰ ਯੂ ਕੁਡ ਸੇ ਇਟ ਵੈਨਿਸ਼ਡ ਫਰੋਮ ਦੀ ਨੀਟ ਅਫੀਸ਼ੀਅਲ ਵੈਬਸਾਈਟ। ਤਾਂ ਨੀਟ ਪੇਪਰ ਲੀਕ ਦੇ ਨਾਲ ਜੁੜਿਆ ਇੱਕ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਦਾ ਹੈ। ਮਾਮਲਾ ਸਮਰਾਲਾ ਦੇ ਪਿੰਡ ਸਿਹਾਲੀ ਦੀ ਵਾਸਨ ਸਿਮਰਨ ਰਾਣੀ ਨਾਲ ਸੰਬੰਧਿਤ ਹੈ। ਮੇਰੇ ਰੀਜਨ ਦੀ ਮਛਵਾੜਾ ਸਾਹਿਬ ਨੂੰ ਮੈਂ ਬਿਲੋਂਗ ਕਰਦਾ ਔਰ ਸਿਮਰਨ ਰਾਣੀ ਜਿਸ ਨੇ ਕਿ ਆਲ ਇੰਡੀਆ ਰੈਂਕ 1 ਅਟੇਨ ਕਰਿਆ ਸੀ ਨੀਟ ਐਗਜ਼ਾਮੀਨੇਸ਼ਨ ਦੇ ਵਿੱਚ। ਪਟੀਸ਼ਨ 'ਚ ਵਿਦਿਆਰਥਣ ਦੇ ਰਿਕਾਰਡ ਦੇ ਵਿੱਚ ਕਥਿਤ ਤੌਰ ਤੇ ਵੱਖ-ਵੱਖ ਵੇਰਵੇ ਤੇ ਅੰਕ ਦਰਜ ਕੀਤੇ ਜਾਣ ਤੇ ਸਵਾਲ ਹੋਏ ਨੇ। ਪਟੀਸ਼ਨ ਕਰਤਾ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਹੈ ਕਿ ਵਿਦਿਆਰਥਣ ਦੇ ਨਾਲ ਸੰਬੰਧਿਤ ਰਿਕਾਰਡ ਦੇ ਵਿੱਚ ਗੰਭੀਰ ਅਸੰਗਤੀਆਂ ਸਾਹਮਣੇ ਆਈਆਂ। ਵਕੀਲ ਮੁਤਾਬਕ ਇੱਕ ਰਿਕਾਰਡ ਦੇ ਵਿੱਚ ਵਿਦਿਆਰਥਣ ਦੇ 715 ਅੰਕ ਦਰਸਾਏ ਗਏ, ਜਦਕਿ ਬਾਅਦ ਦੇ ਵਿੱਚ ਮਾਮਲਾ ਸਾਹਮਣੇ ਆਇਆ ਕਿ ਹੋਰ ਰਿਕਾਰਡ ਦੇ ਵਿੱਚ ਉਸੇ ਵਿਦਿਆਰਥਣ ਦੇ 160 ਅੰਕ ਵੀ ਨੇ। ਯਾਨੀ ਕਿ ਵਿਦਿਆਰਥਣ ਇੱਕ ਹੈ, ਰੋਲ ਨੰਬਰ उसके 2 ने, एक थां ते 715, एक थां ते 160 नंबर। आखिर ये कितनी वड्डी गड़बड़ी है। ਫਿਰ ਉਸ ਤੋਂ ਬਾਅਦ ਹੋਇਆ ਮਾਰਕਸ਼ੀਟ ਵੀ ਚੇਂਜ ਹੋਈ ਮੇਰੀ। ਉਹਦੇ ਵਿੱਚ ਜਿੱਥੇ ਮੇਰਾ ਰੋਲ ਨੰਬਰ 38 ਦੀ ਜਗ੍ਹਾ ਤੇ 39 ਆ ਗਿਆ, ਉੱਥੇ 3 ਦੀ ਜਗ੍ਹਾ ਤੇ 1 ਰਿਪਲੇਸ ਕਰਤਾ। ਹੁਣ ਪਟੀਸ਼ਨ ਦੇ ਵਿੱਚ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਵਿਦਿਆਰਥਣ ਦੇ ਨਾਲ ਜੁੜੇ ਦੋ ਵੱਖ-ਵੱਖ ਰੋਲ ਨੰਬਰ, ਇਹ ਕਿਵੇਂ ਕਿਸੇ ਇੱਕ ਵਿਦਿਆਰਥਣ ਨੂੰ 2 ਰੋਲ ਨੰਬਰ ਅਸਾਈਨ ਹੋ ਸਕਦੇ ਆ। ਵਕੀਲ ਨੇ ਅਦਾਲਤ 'ਚ ਦੱਸਿਆ ਕਿ ਜੇਕਰ ਉਮੀਦਵਾਰ ਦਾ ਬੁੱਕ ਨੰਬਰ ਤੇ ਹੋਰ ਵੇਰਵੇ ਇੱਕੋ ਨੇ ਤਾਂ ਪ੍ਰੀਖਿਆ ਦੇ ਲਈ ਤੋਂ ਵੱਖ-ਵੱਖ ਰੋਲ ਨੰਬਰ, ਵੱਖ-ਵੱਖ ਨਤੀਜੇ ਕਿਵੇਂ ਆ ਸਕਦੇ ਨੇ। ਉਹੀ ਵਿਦਿਆਰਥਣ ਨੇ, ਪੇਪਰ ਤਾਂ ਉਹਨੇ ਇੱਕੋ ਹੀ ਦਿੱਤਾ ਹੈ, ਤਾਂ 2 ਨਤੀਜੇ ਕਿਵੇਂ? ਕਿ ਉਸੇ ਵਿਦਿਆਰਥਣ ਦਾ ਡਾਟਾ ਯੂਜ਼ ਕਰਕੇ ਕਿਸੇ ਹੋਰ ਵਿਦਿਆਰਥੀ ਨੂੰ ਉਸ ਪੇਪਰ ਦੇ ਵਿੱਚ ਬਿਠਾਇਆ ਗਿਆ ਸੀ। ਇਹ ਮਾਮਲਾ ਕੀ ਹੈ? ਉਸਦੇ ਅਸਲੀ ਅੰਕ ਕਿੰਨੇ ਨੇ? ਕੁੜੀ ਵੀ ਕਾਫੀ ਇਸ ਵੇਲੇ ਸਦਮੇ ਦੇ ਵਿੱਚ ਹੈ। ਮਾਮਲੇ ਦੇ ਵਿੱਚ ਪਟੀਸ਼ਨਰ ਦੇ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ NTA ਦੇ ਰਿਕਾਰਡ ਨੂੰ ਲੈ ਕੇ ਸਵਾਲ ਕੀਤੇ ਗਏ। ਦਾਅਵਾ ਕੀਤਾ ਗਿਆ ਹੈ ਕਿ NTA ਦੇ ਅਧਿਕਾਰੀਆਂ ਦੇ ਕੋਲ ਪੇਸ਼ ਹੋਣ ਸਮੇਂ ਵੱਖਰਾ ਰਿਕਾਰਡ ਮੁਹੱਈਆ ਕਰਵਾਇਆ ਗਿਆ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਵੀ ਉਹਨਾਂ ਨੇ ਮੈਨੂੰ OM ਮਾਰਕਸ਼ੀਟ ਦਿੱਤੀ। ਮੈਂ ਕਿਹਾ ਵੀ ਇਹ ਮੇਰੀ ਨਹੀਂ ਹੈਗੀ, ਵੀ ਉਹ ਕਹਿ ਰਹੇ ਕਿ ਤੁਹਾਡੇ ਫੇਕ ਨੇ, ਵੀ ਤੁਹਾਡੇ ਰੀਅਲ ਨਹੀਂ ਹੈਗੇ, ਵੀ ਤੁਸੀਂ ਫੇਕ ਬਣਾ ਕੇ ਲੈ ਕੇ ਆ ਰਹੇ ਹੋ AI ਨਾਲ। ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਮੇਰੇ ਕੋਲ ਵੀਡੀਓ ਪ੍ਰੂਫ ਨੇ, ਕਹਿੰਦੇ ਉਹ ਵੀ ਫੇਕ ਨੇ। ਫਿਰ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਓ, ਵੀ ਸਾਡੇ ਕੋਲ ਇਹੀ ਪ੍ਰੂਫ ਨੇ ਤੇ ਅਸੀਂ ਆਹੀ ਦਵਾਂਗੇ। ਹਾਲਾਂਕਿ ਜਿਵੇਂ ਹੀ ਮਾਮਲਾ ਹਾਈ ਕੋਰਟ ਪਹੁੰਚਿਆ ਤਾਂ ਪਟੀਸ਼ਨਰ ਪੱਖ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ
ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਅਦਾਲਤ ਦੇ ਵਿੱਚ ਸੁਣਵਾਈ ਦਰਮਿਆਨ ਸੰਬੰਧਿਤ ਧਿਰਾਂ ਵੱਲੋਂ ਜਵਾਬ ਮੰਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਅੰਤਮ ਫੈਸਲਾ ਤਾਂ ਸਾਹਮਣੇ ਨਹੀਂ ਆਇਆ। ਐਨਟੀਏ ਦੇ ਵੱਲੋਂ ਇਹਨਾਂ ਦਾਅਵਿਆਂ ਤੇ ਲਗਾਤਾਰ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ ਜਾਣਾ ਬਾਕੀ ਹੈ। ਇਸ ਲਈ ਰਿਕਾਰਡ ਦੇ ਵਿੱਚ ਅੰਕਾਂ ਤੇ ਰੋਲ ਨੰਬਰਾਂ ਨੂੰ ਲੈ ਕੇ ਜੋ ਦਾਅਵੇ ਹੋ ਰਹੇ ਨੇ, ਅੰਤਿਮ ਪੁਸ਼ਟੀ ਜਿਹੜੀ ਉਹ ਅਗਲੀ ਕਾਰਵਾਈ ਤੋਂ ਬਾਅਦ ਹੋਣੀ। ਪਰ ਤੁਸੀਂ ਇਹ ਇੱਕ ਵਾਰ ਸੋਚ ਕੇ ਦੇਖੋ ਕਿ ਤੁਸੀਂ ਕੋਈ ਐਗਜ਼ਾਮ ਦੇ ਰਹੇ ਹੋ, ਵੀ ਨੀਟ ਵਰਗਾ ਨਾ ਹਾਈ ਲੈਵਲ ਦਾ ਤੁਸੀਂ ਪੇਪਰ ਦੇ ਰਹੇ ਹੋ, ਤੁਸੀਂ ਪਤਾ ਨਹੀਂ ਕਿੰਨੀ ਕੁ ਮਿਹਨਤ ਕੀਤੀ ਹੋਣੀ, ਅਸਲ ਨਹੀਂ ਪਤਾ ਕਿ ਉਹ ਕੁੜੀ ਦੇ ਆਖਰ ਦੇ ਵਿੱਚ ਅਸਲ ਨੰਬਰ 715 ਨੇ ਜਾਂ 160 ਨੇ। ਨੰਬਰਾਂ ਦੇ ਵਿੱਚ ਅੰਤਰ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਵੱਡਾ ਅੰਤਰ ਹੈ। ਤੇ ਕੁੜੀ ਹੁਣ ਹਾਈ ਕੋਰਟ ਪਹੁੰਚੀ ਕਿ ਇੱਕ ਥਾਂ ਤੇ 715 ਨੰਬਰ ਨੇ, ਇੱਕ ਥਾਂ ਤੇ 160 ਨੰਬਰ। ਆਖਰ ਅਸਲੀਅਤ ਹੈ ਤੇ ਹੈ ਕਿ ਪਰ ਵੱਡੇ ਸਵਾਲ ਨੇ ਕਿ ਕੋਈ ਵੀ ਐਗਜ਼ਾਮ ਹੋਵੇ ਤੇ ਨੀਟ ਵਰਗਾ ਇੰਨਾ ਵੱਡੇ ਲੈਵਲ ਦਾ ਐਗਜ਼ਾਮ ਹੋਵੇ, ਜਿਸ ਐਗਜ਼ਾਮ ਦੇ ਉੱਤੇ ਇੱਕ ਵਿਦਿਆਰਥੀ ਦੀ, ਇੱਕ ਪਰਿਵਾਰ ਦੀ ਕਹਿ ਸਕਦੇ ਹਾਂ ਕਿ ਪੂਰੀ ਜ਼ਿੰਦਗੀ ਟਿਕੀ ਹੋਵੇ, ਤਾਂ ਉਸ ਵਿੱਚ ਇੰਨੀ ਵੱਡੀ ਗੜਬੜੀ ਕਿ ਇੱਕ ਵਿਦਿਆਰਥੀ ਨੂੰ 2 ਰੋਲ ਨੰਬਰ ਅਸਾਈਨ ਕਰਤੇ। ਦੋਨੋਂ ਰੋਲ ਨੰਬਰਸ ਤੇ ਜ਼ਾਹਰ ਜੀ ਗੱਲ ਹੈ, ਕਿਉਂਕਿ ਜੇ ਨੰਬਰ ਵੱਖ-ਵੱਖ ਨੇ ਤਾਂ ਇਸ ਦਾ ਮਤਲਬ ਹੈ ਕਿ 2 ਵੱਖ-ਵੱਖ ਵਿਦਿਆਰਥੀਆਂ ਨੇ ਉੱਥੇ ਪੇਪਰ ਦਿੱਤਾ ਹੈ। ਜੇ 2 ਵੱਖ-ਵੱਖ ਵਿਦਿਆਰਥੀਆਂ ਨੇ ਪੇਪਰ ਦਿੱਤਾ ਹੈ ਤਾਂ ਇੰਨੀ ਵੱਡੀ ਧਾਂਦਲੀ ਦਾ ਇਹ ਸਿਲਸਿਲਾ ਸ਼ੁਰੂ ਕਿੱਥੋਂ ਹੋਇਆ? ਨੀਟ ਪੇਪਰ ਲੀਕ ਤੋਂ ਸ਼ੁਰੂ ਹੋਇਆ ਇਹ ਮਾਮਲਾ ਹੁਣ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਤੇ ਪਹੁੰਚਿਆ ਹੈ। ਤੇ ਹੁਣ ਇਸ ਦੇ ਵਿੱਚ ਇੱਕ ਹੋਰ ਧਾਂਦਲੀ ਇਹ ਸਾਹਮਣੇ ਆ ਰਹੀ ਹੈ ਕਿ ਇੱਕ ਵਿਦਿਆਰਥੀ ਨੂੰ 2-2 3-3 ਰੋਲ ਨੰਬਰ ਜਿਹੜੇ ਉਸਦੇ ਬਣਾ ਕੇ ਹੋਰਾਂ ਨੂੰ ਅਸਾਈਨ ਕੀਤੇ ਜਾ ਰਹੇ ਨੇ। ਇਹ ਵੱਡੇ ਸਵਾਲ ਨੇ। ਤਾਂ ਦੱਸ ਦਈਏ ਕਿ ਜਿੱਥੇ ਇਸ ਤੋਂ ਪਹਿਲਾਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਜੰਤਰ ਮੰਤਰ ਤੇ ਰੱਜ ਕੇ ਧਰਨਾ ਦਿੱਤਾ ਜਾਂਦਾ ਹੈ, ਕਾਂਗਰਸ ਜਨਤਾ ਪਾਰਟੀ, ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਵੀ ਉਹਨਾਂ ਦੇ ਹੱਕ ਚ ਆਉਂਦੇ ਨੇ, ਲਾਠੀ ਚਾਰਜ ਹੁੰਦਾ ਹੈ, ਵਿਦਿਆਰਥੀਆਂ ਤੇ ਡੰਡੇ ਬਰਸਾਏ ਜਾਂਦੇ ਨੇ, ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਜਦੋਂ ਸੈਸ਼ਨ ਹੁੰਦਾ ਹੈ ਤਾਂ ਵਿਦਿਆਰਥੀ ਆਪਣਾ ਪੈਦਲ ਮਾਰਚ ਸ਼ੁਰੂ ਕਰ ਦਿੰਦੇ ਨੇ। ਇਸੇ ਦਰਮਿਆਨ ਕਾਫੀ ਤਣਾਅਪੂਰਨ ਸਥਿਤੀ ਬਣਦੀ ਹੈ, ਜਿਸ ਤੋਂ ਬਾਅਦ ਆਖਿਰਕਾਰ ਵਿਦਿਆਰਥੀਆਂ ਦੀ ਜਿੱਤ ਹੁੰਦੀ ਹੈ। ਕੇਂਦਰ ਸਰਕਾਰ ਫਾਸਟ ਟਰੈਕ ਕੋਰਟਸ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫਾ ਲੈ ਲੈਂਦੀ ਹੈ, ਜਾਂ ਕਹਿ ਸਕਦੇ ਕਿ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਖੁਦ ਅਸਤੀਫਾ ਦੇ ਦਿੱਤਾ। ਤੇ ਅਜਿਹੇ ਮਾਮਲਿਆਂ ਦੇ ਵਿੱਚ ਅੱਗੇ ਤੋਂ ਹੁਣ ਸਾਵਧਾਨੀ ਵਰਤਣ ਤੇ ਨਿਰਪੱਖ ਜਾਂਚ ਦੇ ਲਈ ਇੱਕ ਖਾਸ ਕਮੇਟੀ ਵੀ ਬਣਾ ਦਿੱਤੀ। ਇਹ ਤਾਂ ਨੀਟ ਪੇਪਰ ਲੀਕ ਮਾਮਲਾ ਹੋ ਗਿਆ ਕਿ ਪੇਪਰ ਲੀਕ ਹੋਇਆ ਸੀ, ਪਰ ਹੁਣ ਜਿਹੜਾ ਵਿਵਾਦ ਸਾਹਮਣੇ ਆਇਆ, ਇਸਨੇ ਕਿਤੇ ਨਾ ਕਿਤੇ ਫਿਰ ਤੋਂ ਚਰਚਾਵਾਂ ਨੂੰ ਤੇਜ਼ ਕਰ ਦਿੱਤਾ ਕਿ ਇੱਕ ਪਾਸੇ ਪੇਪਰ ਲੀਕ ਹੋ ਰਿਹਾ, ਦੂਜੇ ਪਾਸੇ ਕੀ ਇੱਕੋ ਵਿਦਿਆਰਥਣ ਦੇ, ਪਤਾ ਨਹੀਂ ਹੁਣ ਇੱਕ ਕੇਸ ਹੈ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਚੁੱਕਿਆ, ਇੱਕੋ ਵਿਦਿਆਰਥਣ ਦੇ ਜਾਂ ਇੱਕੋ ਵਿਦਿਆਰਥੀ ਦੇ ਕਿੰਨੇ ਕੁ ਰੋਲ ਨੰਬਰ ਉਸਦਾ ਡਾਟਾ ਯੂਜ਼ ਕਰਕੇ ਬਣਾਏ ਗਏ ਨੇ ਤੇ ਉਹਨਾਂ ਦੀ ਥਾਂ ਤੇ ਹੋਰ ਬੱਚਿਆਂ ਨੂੰ ਵੀ ਪੇਪਰ ਦਵਾਏ ਜਾ ਰਹੇ ਨੇ। ਹੁਣ ਇਹ ਨਹੀਂ ਪਤਾ ਕਿ ਉਹ ਕੁੜੀ ਦੀ ਮਿਹਨਤ 715 ਅੰਕਾਂ ਵਾਲੀ ਹੈ ਕਿ 160 ਅੰਕ ਵਾਲੀ ਹੈ, ਪਰ ਜੇਕਰ 715 ਅੰਕਾਂ ਵਾਲੀ ਹੈ ਤੇ 160 ਅੰਕ ਉਸਦੀ ਝੋਲੀ ਪਾ ਦਿੱਤੇ ਗਏ ਨੇ ਤਾਂ ਕਿੰਨੀ ਵੱਡੀ ਨਾਇਨਸਾਫੀ ਉਸਦੇ ਨਾਲ ਹੈ, ਇਹ ਵੀ ਤੁਸੀਂ ਦੇਖ ਸਕਦੇ, ਕਿਉਂਕਿ ਇੰਨੇ ਵੱਡੇ ਲੈਵਲ ਦਾ ਐਗਜ਼ਾਮ ਜਿਸ ਦੇ ਲਈ ਬੱਚੇ ਪਤਾ ਨਹੀਂ ਕਿੰਨੇ ਕੁ ਸਾਲਾਂ ਦੀਆਂ ਤਿਆਰੀਆਂ ਕਰਦੇ ਨੇ, ਤੇ ਉਸ ਤੋਂ ਬਾਅਦ ਜੇਕਰ ਅਜਿਹਾ ਕੁਝ ਹੋਵੇ ਤਾਂ ਫਿਰ ਵੀ ਵੱਡੇ ਸਵਾਲ ਨੇ। ਤਾਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਇਸ ਤੋਂ ਪਹਿਲਾਂ ਜੋ ਸਭ ਕੁਝ ਹੋਇਆ, ਇੱਕ ਝਾਤ ਉਸ ਤੇ ਮਾਰਦੇ ਕਿਵੇਂ ਜੰਤਰ ਮੰਤਰ ਤੇ ਪ੍ਰਦਰਸ਼ਨ ਹੁੰਦਾ ਹੈ, ਕਈ ਤਰੀਕੇ ਦੀਆਂ ਬਿਆਨਬਾਜ਼ੀਆਂ ਹੁੰਦੀਆਂ ਨੇ, ਕਾਂਗਰਸ ਜਨਤਾ ਪਾਰਟੀ ਅੱਗੇ ਆਉਂਦੀ ਹੈ ਤੇ ਵਿਦਿਆਰਥੀਆਂ ਦੀ ਜਿੱਤ ਹੁੰਦੀ ਹੈ, ਮਾਰਦਿਆਂ ਇੱਕ ਝਾਤ। ਹਾਲਾਂਕਿ ਹੁਣ ਇਸ ਸਭ ਦੇ ਵਿਚਾਲੇ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਦਾ ਇੱਕ ਬਿਆਨ ਵੀ ਆਇਆ। ਪਹਿਲਾ ਬਿਆਨ ਕੀ ਹੈ ਇਹ ਤੁਹਾਨੂੰ ਸੁਣਾ ਦਿੰਨੇ ਆ। I just came to know that CBI has filed charge sheet in the NEET 2026 case, which involves a lot of NTA officers. That has raised a big question on the NTA. We demand that the NTA be dissolved, and it be converted into a National Technical Testing Commission, which has permanent staff, which has proper auditing of each of the exam it conducts. We also demand that not just 2026, but all the paper leaks that have happened in this country in last few years be investigated thoroughly, and all the accused be brought to justice, which includes NEET 2024 and NEET 2025. It is imperative that the government takes steps to solve these structural issues that are plaguing the systems of this country, not just NTA but the entire exam system, which includes the exam infrastructure, which includes the vendors, have to be audited properly, and it has to be made sure that the country doesn't see any more paper leaks. ਤਾਂ ਕਾਂਗਰਸ
ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰੰਕਾ ਜੋ ਇਹ ਕਹਿ ਰਹੇ ਨੇ ਕਿ ਮੈਨੂੰ ਹੁਣੇ ਪਤਾ ਲੱਗਿਆ ਹੈ ਕਿ ਸੀਬੀਆਈ ਨੇ ਨੀਟ 2026 ਮਾਮਲੇ ਦੇ ਵਿੱਚ ਇੱਕ ਚਾਰਜ ਸ਼ੀਟ ਦਾਖਲ ਕੀਤੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਐਨਟੀਏ ਅਧਿਕਾਰੀ ਸ਼ਾਮਲ ਨੇ ਤੇ ਅਸੀਂ ਮੰਗ ਕਰਦੇ ਹਾਂ ਕਿ ਐਨਟੀਏ ਨੂੰ ਭੰਗ ਕੀਤਾ ਜਾਵੇ ਤੇ ਇਸ ਨੂੰ ਇੱਕ ਰਾਸ਼ਟਰੀ ਤਕਨੀਕ ਜਾਂਚ ਕਮਿਸ਼ਨ ਦੇ ਵਿੱਚ ਬਦਲਿਆ ਜਾਵੇ ਜਿਸ ਕੋਲ ਸਥਾਈ ਸਟਾਫ ਹੋਵੇ ਜਿਸ ਕੋਲ ਇਸ ਦੁਆਰਾ ਆਯੋਜਿਤ ਹਰੇਕ ਪ੍ਰੀਖਿਆ ਦਾ ਸਹੀ ਡਾਟਾ ਹੋਵੇ। ਅਸੀਂ ਮੰਗ ਕਰਦੇ ਹਾਂ ਕਿ ਸਿਰਫ 2026 ਨਹੀਂ ਸਗੋਂ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਸ਼ 'ਚ ਹੋਏ ਸਾਰੇ ਹੀ ਪੇਪਰ ਲੀਕਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ ਜਿਸ ਦੇ ਵਿੱਚ ਨੀਟ 2024 ਨੀਟ 2025 ਸ਼ਾਮਲ ਹੈ। ਹਾਲਾਂਕਿ ਇਹ ਜ਼ਰੂਰੀ ਹੈ ਕਿ ਸਰਕਾਰ ਇਹਨਾਂ ਢਾਂਚੇਗਤ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਢੁਕਵੇਂ ਕਦਮ ਚੁੱਕੇ ਤਾਂ ਜੋ ਦੇਸ਼ ਦੇ ਸਿਸਟਮਸ ਨੂੰ ਪਰੇਸ਼ਾਨ ਕਰ ਰਹੇ ਲੋਕ ਨਾ ਸਿਰਫ ਐਨਟੀਏ ਸਗੋਂ ਪੂਰੀ ਪ੍ਰੀਖਿਆ ਪ੍ਰਣਾਲੀ ਜਿਸ ਦੇ ਵਿੱਚ ਪ੍ਰੀਖਿਆ ਬੁਨਿਆਦੀ ਢਾਂਚਾ ਸ਼ਾਮਲ ਹੈ ਜਿਸ ਵਿੱਚ ਵਿਕਰੇਤਾ ਸ਼ਾਮਲ ਨੇ ਦਾ ਸਹੀ ਢੰਗ ਦੇ ਨਾਲ ਆਡਿਟ ਕੀਤਾ ਜਾਣਾ ਚਾਹੀਦਾ ਹੈ ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਦੇਸ਼ 'ਚ ਹੋਰ ਪੇਪਰ ਲੀਕ ਨਾ ਹੋਣ। ਪਰ ਜੇ ਪੇਪਰ ਲੀਕ ਨਹੀਂ ਹੁੰਦੇ ਤਾਂ ਕਿ ਇਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਖ-ਵੱਖ ਰੋਲ ਨੰਬਰ ਜਾਰੀ ਕਰਕੇ ਉਹਨਾਂ ਨਾਲ ਧਾਂਦਲੀ ਹੋ ਰਹੀ ਹੈ ਕਿਸ ਲੈਵਲ ਤੇ ਸਾਡੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਪਹੁੰਚਾਇਆ ਜਾ ਰਿਹਾ ਇਸ ਵੇਲੇ ਵੱਡਾ ਸਵਾਲ ਹੈ ਕਿਉਂਕਿ ਅਜਿਹੇ ਐਗਜ਼ਾਮਸ ਦੇ ਲਈ ਮਾਪੇ ਪਤਾ ਨਹੀਂ ਕਿੰਨੀ ਕੁ ਮਿਹਨਤ ਕਰਦੇ ਨੇ ਕਿੰਨੇ ਕੁ ਆਪਣੇ ਚਾਅ ਆਪਣੀਆਂ ਸੱਧਰਾਂ ਮਾਰਦੇ ਨੇ ਆਪਣੇ ਬੱਚਿਆਂ ਨੂੰ ਪੜਾਉਂਦੇ ਨੇ ਐਕਸਟਰਾ ਕਲਾਸਿਸ ਕੋਚਿੰਗ ਐਕਸਟਰਾ ਸਟੱਡੀ ਮਟੀਰੀਅਲ ਪਤਾ ਨਹੀਂ ਕਿੰਨਾ ਕੁ ਪੈਸਾ ਉਹਨਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਖਰਚ ਕਰ ਦਿੱਤਾ ਜਾਂਦਾ ਹੈ ਤੇ ਉਹ ਵਿਦਿਆਰਥੀ ਜਿਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਜਾਂਦਾ ਹੈ ਐਗਜ਼ਾਮ ਜਿਸ ਦੇ ਚੱਲਦੇ ਉਹ ਸਖਤ ਮਿਹਨਤ ਕਰਦੇ ਆ ਕੁਝ ਵਿਦਿਆਰਥੀ ਖਾਣਾ ਪੀਣਾ ਭੁੱਲ ਕੇ 24 ਘੰਟੇ ਪੜ੍ਹਾਈ ਕਰਦੇ ਪਰ ਫਿਰ ਜੇਕਰ ਨਤੀਜਾ ਇਹ ਕੁਝ ਨਿਕਲਣਾ ਹੈ ਤਾਂ ਫਿਰ ਸਾਡੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਕਿਹੜੇ ਹੱਥਾਂ ਦੇ ਵਿੱਚ ਹੈ ਤੇ ਕਿੱਧਰ ਨੂੰ ਸਾਡੇ ਦੇਸ਼ ਦੇ ਨੌਜਵਾਨ ਜਾਣਗੇ ਇਹ ਜ਼ਰੂਰ ਇਸ ਵੇਲੇ ਦਾ ਵੱਡਾ ਸਵਾਲ ਬਣਿਆ ਹੋਇਆ ਫਿਲਹਾਲ ਹੁਣ ਨੀਟ ਪੇਪਰ ਲੀਕ ਮਾਮਲਾ ਤੇ ਨੀਟ ਦੇ ਨਾਲ ਜੁੜਿਆ ਇਹ ਨਵਾਂ ਵਿਵਾਦ ਇਸ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ।